बिस्मिल्लाहिर्रहमानिर्रहीम। अस्सलाम वालेकुम दोस्तों। पंजाबी दा एक बड़ा मशहूर लफज़ आ चिबड़। कदी इदां भी हुंदा कि साडे मुआशरे दे विच तंजन भी किसी नूं कहा जांदा ओ चिबड़ा जिहा तू की करदा पिया। ते ਇਹ ਤੁਹਾਡੇ ਸਾਹਮਣੇ ਇਸ ਟਾਈਮ ਉਹੀ चिबड़ मौजूद आ ਤੇ चिबड़ां दा तिब्बी दवा साजी दे विच बड़ा ही अहम काम आ, बड़ा तकड़ा काम आ ਤੇ ਇਹਨਾਂ ਨੂੰ ਤਿੱਬੀ ਜ਼ੁਬਾਨ ਦੇ ਵਿੱਚ ਕਚਰੀ ਕਿਹਾ ਜਾਂਦਾ। ਤੇ ਅਸੀਂ ਆਪਣੇ ਵੱਡਿਆਂ ਦੇ ਕੋਲੋਂ ਇਹ ਗੱਲ ਸੁਣੀ ਕਿ ਜਿਹੜਾ ਗੋਸ਼ਤ ਨਾ ਗਲਦਾ ਹੋਵੇ ਹਾਂਡੀ ਦੇ ਵਿੱਚ ਪਾਇਆ, ਅੱਗ ਦੇ ਉੱਤੇ ਚਾੜ ਦਿੱਤਾ, ਅੱਗਾਂ ਬਾਲ ਕੇ ਥੱਕ ਗਏ, ਫੂਕਾਂ ਮਾਰ ਕੇ ਥੱਕ ਗਏ, ਲੇਕਿਨ ਜਨਾਬ ਗੋਸ਼ਤ ਨਹੀਂ ਗਲਦਾ ਪਿਆ। ਤੇ ਉਸ ਗੋਸ਼ਤ ਨੂੰ ਗਾਲਣ ਦੇ ਵਾਸਤੇ ਫਿਰ ਸਾਡੇ ਵੱਡਕੇ ਜਿਹੜੇ ਹੁੰਦੇ ਸੀ, ਤੁਹਾਡੇ ਵੱਡਕੇ ਜਿਹੜੇ ਹੁੰਦੇ ਸੀ, ਉਹ चिबड़ ਜਿਹੜੇ ਹੁੰਦੇ ਸੀ ਉਹ ਹਾਂਡੀ 'ਚ ਪਾ ਦਿੰਦੇ ਸੀ ਤੇ ਉਹਦੇ ਨਾਲ ਫਿਰ ਗੋਸ਼ਤ ਗਲ ਜਾਂਦਾ ਸੀ। ਤੇ ਇਸੇ ਹੀ ਅਫਾਦੀਅਤ ਨੂੰ, ਇਸੇ ਹੀ ਫਾਇਦੇ ਨੂੰ ਅਗਰ ਤੁਸੀਂ ਆਪਣੇ ਜ਼ਿਹਨ ਦੇ ਵਿੱਚ ਰੱਖੋ ਤੇ ਹੁਣ ਅਸੀਂ चिबड़ਾਂ ਦੀ ਗੱਲ ਕਰਦੇ ਹਾਂ। ਤੇ चिबड़ ਜਿਹੜੇ ਆ ਇਹ ਜਿਸਮ ਦੇ ਅੰਦਰ ਬਣਨ ਵਾਲੀਆਂ ਮੁxtਲਫ ਜਗ੍ਹਾ ਦੀਆਂ ਰੁਕਾਵਟਾਂ ਦੇ ਨਾਲ ਤੁਸੀਂ ਇਹ ਸਮਝ ਲਓ ਕਿ ਮੁxtਲਫ ਜਗ੍ਹਾ ਦੇ ਉੱਤੇ ਸੁੱਦੇ ਬਣ ਜਾਣਾ, ਨਾਲੀਆਂ ਦੇ ਅੰਦਰ ਕੋਲੇਸਟ੍ਰੋਲ ਦਾ ਜੰਮ ਜਾਣਾ, ਖਲਾਵਾਂ ਦੇ ਅੰਦਰ ਪੱਥਰੀਆਂ ਦਾ ਬਣ ਜਾਣਾ, ਜਿੱਦਾਂ ਕਿ ਗੁਰਦਿਆਂ ਦੀ ਪੱਥਰੀ, ਜਿੱਦਾਂ ਕਿ ਪਿੱਤੇ ਦੀ ਪੱਥਰੀ। ਪਿੱਤੇ ਦੀ ਪੱਥਰੀ ਤੋਂ ਯਾਦ ਆਇਆ ਕਿ ਆਮ ਤੌਰ ਤੇ ਇਹ ਹੀ ਗੱਲ ਕਹੀ ਜਾਂਦੀ ਹੈ ਕਿ ਜੀ ਪਿੱਤੇ ਦੀ ਪੱਥਰੀ ਦੇ ਨਿਕਲਣ ਦਾ ਕੋਈ ਰਾਹ ਨਹੀਂ ਹੁੰਦਾ। ਜਿਹੜੇ ਡਾਕਟਰ ਕੋ ਪੁੱਛੋਗੇ ਨਾ ਉਹ ਇਹੀ ਗੱਲ ਕਰੇਗਾ ਜੀ ਪਿੱਤੇ ਦੀ ਪੱਥਰੀ ਦੇ ਨਿਕਲਣ ਦਾ ਕੋਈ ਰਾਹ ਨਹੀਂ ਹੁੰਦਾ। ਤੇ ਸਾਦਾ ਜਿਹਾ ਇੱਕ ਭੋਲਾ ਜਿਹਾ ਸਵਾਲ ਆ ਕਿ ਬਾਬਾ ਜੀ ਉਹਦੇ ਵੜਨ ਦਾ ਕੋਈ ਰਾਹ ਹੁੰਦਾ ਜੇ? ਆਖਰ ਪਿੱਤੇ ਦੇ ਵਿੱਚ ਪੱਥਰੀ ਬਣ ਤੇ ਜਾਂਦੀ ਆ ਨਾ, ਜਿਹਨੂੰ ਪੁੱਛੋਗੇ ਦੱਸੇਗਾ ਬਣੀ ਹੋਈ ਆ। ਜੇ ਵੀਰੇ ਪਿੱਤੇ ਦੇ ਵਿੱਚ ਪੱਥਰੀ ਜਾਣ ਦਾ ਕੋਈ ਰਾਹ ਹੈਗਾ ਤੇ ਨਿਕਲਣ ਦਾ ਵੀ ਉਹੀ ਰਾਹ ਏ। ਤੇ ਇਹ ਜਿਹੜੇ चिबड़ ਆ ਨਾ, चिबड़, ਇਹਨਾਂ चिबड़ਾਂ ਦੀ ਇਹ ਖੂਬੀ ਹੈ ਕਿ ਇਹ ਜਿਸਮ ਦੇ ਅੰਦਰ ਕਿਸੇ ਵੀ ਜਗ੍ਹਾ ਦੇ ਉੱਤੇ ਜਿਹੜੀਆਂ ਰੁਕਾਵਟਾਂ ਬਣੀਆਂ ਹੋਈਆਂ ਹੁੰਦੀਆਂ ਨਾ ਉਹਨਾਂ ਨੂੰ ਇਹ ਗਾਲ ਦਿੰਦਾ, ਉਹਨਾਂ ਨੂੰ ਇਹ ਖੋਰ ਦਿੰਦਾ, ਜਿੱਦਾਂ ਇਹ ਗੋਸ਼ਤ ਨੂੰ ਖਾਰ ਦਿੰਦਾ, ਗੋਸ਼ਤ ਨੂੰ ਗਾਲ ਦਿੰਦਾ। ਤੇ ਹਾਂਡੀ ਜਿਹੜੀ ਗੋਸ਼ਤ ਗਲ ਨਾ ਰਿਹਾ ਹੋਵੇ ਉਹਨੂੰ ਗਾਲਣ ਵਾਸਤੇ चिबड़ ਇਸਤੇਮਾਲ ਕੀਤੇ ਜਾਂਦੇ। ਇਸੇ ਤਰ੍ਹਾਂ ਹੀ ਜਿਸਮ ਦੇ ਮੁxtਲਫ ਜਗ੍ਹਾ ਦੇ ਉੱਤੇ ਬਣਨ ਵਾਲੀਆਂ ਰਸੌਲੀਆਂ ਨੂੰ ਖੋਰਨ ਵਾਸਤੇ ਵੀ चिबड़ ਇਸਤੇਮਾਲ ਕੀਤਾ ਜਾਂਦਾ। ਤੇ ਇਸੇ ਤਰ੍ਹਾਂ ਹੀ ਰਸੌਲੀਆਂ ਦੇ ਉੱਤੇ ਵੀ चिबड़ ਦੀ ਇਫਾਦੀਅਤ ਜਿਹੜੀ ਆ ਉਹ ਬੜੀ ਬਿਹਤਰੀਨ ਆ। ਔਰ ਫਿਰ ਇਹ ਐਸੀ ਦਵਾ ਆ ਕਿ ਜਿਹੜੀ ਬੇਜ਼ਰਰ ਦਵਾ, ਇਹਦਾ ਕੋਈ ਨੁਕਸਾਨ ਨਹੀਂ। चिबड़ ਦੇ ਆਮ ਤੌਰ ਤੇ ਜਦੋਂ ਪੱਕੇ ਹੋਏ ਹੁੰਦੇ ਆ ਤੇ ਬੜੇ ਸੋਹਣੇ ਤੇ ਬੜੇ ਮਜ਼ੇਦਾਰ, ਤੇ ਵੈਸੇ ਵੀ ਅਸੀਂ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਬੜੇ ਸ਼ੌਕ ਦੇ ਨਾਲ ਲੋਕੀ ਖਾਂਦੇ ਆ। ਤੇ ਅੱਜ ਅਸੀਂ ਦੇਖਾਂਗੇ ਕਿ ਇਹ ਪੱਥਰੀਆਂ ਨੂੰ ਕਿੱਦਾਂ ਗਾਲਦੇ ਆ। ਪੱਥਰੀਆਂ ਨੂੰ ਗਾਲਣ ਦੇ ਵਾਸਤੇ, ਪੱਥਰੀਆਂ ਨੂੰ ਜਿਸਮ ਚੋਂ ਕੱਢਣ ਵਾਸਤੇ ਅਸੀਂ ਇਹਦੇ ਵਾਸਤੇ ਕੁਝ ਮਖਸੂਸ ਅਮਲ ਕਰਦੇ ਆ। ਉਹ ਅਮਲ ਵੀ ਹੁਣ ਅਸੀਂ ਕਰਦੇ ਪਏ ਆ ਤੇ ਉਹ ਅਮਲ ਵੀ ਅਸੀਂ ਤੁਹਾਨੂੰ ਦਿਖਾਣੇ ਆ। ਤੇ ਫਿਰ ਉਸ ਤੋਂ ਬਾਅਦ ਅਗਲੀ ਵੀ ਸਾਰੀ ਗੱਲਬਾਤ ਦੱਸਾਂਗੇ। ਤੇ ਉਸ ਤੋਂ ਬਾਅਦ ਇਹ ਦਵਾਈ ਜਿਹੜੀ ਹੈ ਤਿਆਰ ਹਾਲਤ ਦੇ ਵਿੱਚ ਵੀ ਤੁਹਾਨੂੰ ਮਿਲ ਸਕਦੀ ਹੈ। ਅੱਲਾ ਦੇ ਫਜ਼ਲੋ ਕਰਮ ਦੇ ਨਾਲ ਤੁਹਾਡੀ ਗੁਰਦੇ ਦੀ ਪੱਥਰੀ, ਤੁਹਾਡੀ ਮਸਾਨੇ ਦੀ ਪੱਥਰੀ, ਤੁਹਾਡੀ ਪਿੱਤੇ ਦੀ ਪੱਥਰੀ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਬਗੈਰ ਕਿਸੇ ਤਕਲੀਫ ਤੋਂ, ਬਗੈਰ ਕਿਸੇ ਤੰਗੀ ਤੋਂ ਸਾਫ਼। ਤੇ ਹੁਣ ਮੈਂ ਤੁਹਾਨੂੰ ਦਿਖਾਉਣ ਲੱਗਾ ਵਾਂ ਕਿ ਅਸੀਂ ਕਿਹੜਾ ਪਹਿਲਾ ਅਮਲ ਕਰਦੇ ਹਾਂ। ਇਹ ਤੇ ਅਸੀਂ ਅਲਹਮਦੁਲਿਲਾ ਮੈਂ ਪਿਛਲੇ ਸਾਲ ਇਹ चिबड़ ਜਿਹੜੇ ਸੀ ਇਹ ਆਪ ਖੁਦ ਆਪਣੇ ਹੱਥਾਂ ਦੇ ਨਾਲ ਇਕੱਠੇ ਕੀਤੇ ਸੀ। ਫਿਰ ਇਹਨਾਂ ਨੂੰ ਖੁਸ਼ਕ ਕੀਤਾ, ਖੁਸ਼ਕ ਕਰਕੇ ਤੇ ਇਹ ਵੇਖੋ ਹੁਣ ਇਸ ਹਾਲਤ 'ਚ ਸੁੱਕੇ ਹੋਏ ਆ। ਤੇ ਹੁਣ ਅਸੀਂ ਇਹਨਾਂ ਨੂੰ ਅੱਗ ਦੇ ਨਾਲ ਜਾਲ ਕੇ ਇਹਦੀ ਪਹਿਲੇ ਰਾਖ ਤਿਆਰ ਕਰਨੀ ਆ। ਤੇ ਰਾਖ ਤਿਆਰ ਕਰਨ ਦੇ ਅਮਲ ਨੂੰ ਅਸੀਂ ਜਾਰੀ ਰੱਖਿਆ ਹੋਇਆ ਵਾ, ਉਹ ਤੁਹਾਨੂੰ ਹੁਣ ਅਸੀਂ ਦਿਖਾਉਣ ਲੱਗੇ ਆ। ਇਹ ਦੇਖੋ ਇਹ ਚੁੱਲ੍ਹਾ ਨਾ, ਚੁੱਲ੍ਹੇ ਦੇ ਉੱਤਰ ਇੱਕ ਤਾਵੜਾ ਰੱਖ ਕੇ, ਕੜਾਹੀਆ ਰੱਖ ਕੇ ਤੇ ਉਹਦੇ ਵਿੱਚ ਜਨਾਬ चिबड़ ਪਾ ਕੇ ਤੇ ਅਸੀਂ ਥੱਲੇ ਅੱਗ ਬਾਲ ਦਿੱਤੀ ਹੈ। ਹੁਣ ਕੀ ਹੋਏਗਾ ਕਿ ਇਹ ਥੋੜੀ ਦੇਰ ਤੋਂ ਬਾਅਦ ਇਹਦੇ ਵਿੱਚ ਅੱਗ ਲੱਗ ਜਾਣੀ ਹੈ ਤੇ ਇਹ ਸਾਰਾ ਜਿਹੜਾ ਮਵਾਦ ਆ ਇਹਨੇ ਸੜ ਕੇ ਸੁਆਹ ਹੋ ਜਾਣਾ। ਸੁਆਹ ਜਦੋਂ ਚਿੱਟੇ ਰੰਗ ਦੀ ਹੋ ਜਾਣੀ ਹੈ ਨਾ ਤੇ ਉਸ ਟਾਈਮ ਅਸੀਂ ਇਸ ਸੁਆਹ ਨੂੰ ਸਾਂਭ ਲੈਣਾ ਤੇ ਸਾਂਭ ਕੇ ਤੇ ਫਿਰ ਅਸੀਂ ਜਿਹੜਾ ਨਾ
ਇਹਨੂੰ ਪਾਣੀ ਦੇ ਵਿੱਚ ਪਾ ਦੇਣਾ। ਪਾਣੀ ਦੇ ਵਿੱਚ ਪਾ ਕੇ ਤੇ 24 ਘੰਟੇ ਨੂੰ ਹਿਲਾਈ ਜਾਣਾ। ਉਸ ਤੋਂ ਬਾਅਦ ਇਹਦਾ ਪਾਣੀ ਮੁਕੱਦਰ ਕਰਕੇ ਫਿਲਟਰ ਕਰਕੇ ਨਿਤਾਰ ਕੇ ਅਸੀਂ ਉਸ ਪਾਣੀ ਨੂੰ ਫਿਰ ਜਿਹੜਾ ਨਾ ਕਿਸੇ ਬਰਤਨ ਦੇ ਵਿੱਚ ਪਾ ਕੇ ਤੇ ਫਿਰ ਅੱਗ ਤੇ ਚੜਾ ਕੇ ਤੇ ਉਹਨੂੰ ਸੁਕਾ ਦੇਣਾ ਪਾਣੀ ਨੂੰ। ਦੋਸਤੋ ਜਦੋਂ ਪਾਣੀ ਸੁੱਕ ਜਾਂਦਾ ਨਾ ਤੇ ਉਹਦੇ ਵਿੱਚੋਂ ਥੱਲਿਓਂ ਇੱਕ ਨਾ ਲੂਣ ਨਿਕਲਦਾ, ਨਮਕ। ਉਹ ਨਮਕ ਜਿਹੜਾ ਹੁੰਦਾ ਨਾ ਉਹਨੂੰ ਨਮਕ ਚਿੱਬੜ ਵੀ ਕਹਿੰਦੇ ਆ, ਨਮਕ ਕਚਰੀ ਵੀ ਕਹਿੰਦੇ ਆ। ਤੇ ਇਹ ਜਿਹੜਾ ਨਮਕ ਆ ਇਹ ਸਮਝ ਲਓ ਕਿ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਪੱਥਰੀਆਂ ਗਾਲਣ ਵਾਲਾ ਸਮਝ ਲਓ ਕਿ ਵਰਮਾ ਵਾ। ਤੇ ਹਾਲੇ ਅਸੀਂ ਕਿਉਂਕਿ ਇਹਦੇ ਰਾਖ ਬਣਾਉਣ ਦਾ ਅਮਲ, ਇਹਦੀ ਸੁਆਹ ਬਣਾਉਣ ਦਾ ਅਮਲ ਕਰਦੇ ਪਏ ਸੀਗੇ ਤੇ ਇਸ ਵਜ੍ਹਾ ਤੋਂ ਅਸੀਂ ਸੋਚਿਆ ਵੀ ਚਲੋ ਯਾਰ ਆਪਣੇ ਵੇਲੀਆਂ ਨੂੰ ਵੀ ਦੱਸ ਲਈਏ। ਤੇ ਜਿਹਦੇ ਪਿੱਤੇ 'ਚ ਪੱਥਰੀ ਹੋਵੇ, ਜਿਹਦੇ ਗੁਰਦੇ 'ਚ ਪੱਥਰੀ ਹੋਵੇ, ਜਿਹਦੇ ਮਸਾਨੇ 'ਚ ਪੱਥਰੀ ਹੋਵੇ, ਜਿਹਦੇ ਬਾਰ-ਬਾਰ ਪੱਥਰੀ ਬਣਦੀ ਹੋਵੇ, ਜਿਹਦੇ ਬਾਰ-ਬਾਰ ਪੱਥਰੀ ਬਣਦੀ ਹੋਵੇ, ਬਣੀ ਸੀਗੀ ਆਪਰੇਸ਼ਨ ਕਰਾਇਆ ਨਿਕਲ ਗਈ, ਫਿਰ ਬਣ ਗਈ, ਬਣੀ ਸੀ ਆਪਰੇਸ਼ਨ ਕਰਾਇਆ ਨਿਕਲ ਗਈ, ਫਿਰ ਬਣ ਗਈ, ਤੇ ਉਹਦੇ ਵਾਸਤੇ ਵੀ ਜਿਨ੍ਹਾਂ ਦੇ ਗੁਰਦਿਆਂ 'ਚ ਰੇਤ ਬਣਦੀ ਆ, ਯਾਦ ਰੱਖੋ ਜਿਨ੍ਹਾਂ ਦੇ ਗੁਰਦਿਆਂ ਦੇ ਵਿੱਚ ਪੱਥਰੀ ਬਣਦੀ ਆ ਨਾ ਉਹਨਾਂ ਦੇ ਗੁਰਦਿਆਂ ਦਾ ਅਮਲ ਫੇਲ ਹੋਇਆ ਹੁੰਦਾ ਜੇ। ਅਸੀਂ ਤੇ ਕਹਿ ਦਿੰਦੇ ਆ ਨਾ ਕਿ ਜਦੋਂ ਗੁਰਦੇ ਬਿਲਕੁਲ ਕੰਮ ਕਰਨਾ ਛੱਡ ਦਿੰਦੇ ਤੇ ਅਸੀਂ ਉਦੋਂ ਉਹਨਾਂ ਨੂੰ ਕਹਿੰਦੇ ਵੀ ਫੇਲ ਹੋ ਗਏ। ਨਹੀਂ ਯਾਰ, ਇਦਾਂ ਨਹੀਂ ਹੁੰਦਾ। ਜਦੋਂ ਗੁਰਦੇ ਥੋੜਾ ਕੰਮ ਕਰਨਾ ਘੱਟ ਕਰਦੇ ਆ ਨਾ ਤੇ ਉਹ ਵੀ ਇੱਕ ਕਿਸਮ ਦਾ ਗੁਰਦਿਆਂ ਦੇ ਫੇਲ ਹੋਣ ਦੀ ਇਬਤਦਾ ਹੁੰਦੀ ਆ। ਤੇ ਜਿਹੜੇ ਸਾਡੀਆਂ ਮਾਵਾਂ ਭੈਣਾਂ ਭਰਾ ਜਿਨ੍ਹਾਂ ਦੇ ਗੁਰਦਿਆਂ ਦੇ ਵਿੱਚ ਪੱਥਰੀਆਂ ਬਣਨ ਦਾ ਅਮਲ ਸ਼ੁਰੂ ਹੋ ਜਾਂਦਾ ਨਾ, ਇਹ ਸਮਝ ਲਓ ਕਿ ਅੱਗੇ ਜਾ ਕੇ ਉਹਨਾਂ ਦੇ ਗੁਰਦਿਆਂ ਦੇ ਫੇਲ ਹੋਣ ਦਾ ਚਾਂਸ ਬਹੁਤ ਜ਼ਿਆਦਾ ਹੁੰਦਾ। ਠੀਕ ਹੈ। ਤੇ ਇਸ ਵਾਸਤੇ ਇਹ ਜਿਹੜੀ ਦਵਾ ਹੈਗੀ ਹੈ ਇਹ ਚਿਬੜਾਂ ਦੀ ਖਾਰ ਤੇ ਫਿਰ ਇੱਕ ਦੋ ਚੀਜ਼ਾਂ ਹੋਰ ਇਸ ਨੁਸਖੇ 'ਚ ਪੈਂਦੀਆਂ। ਤੇ ਉਸ ਤੋਂ ਬਾਅਦ ਜਨਾਬ ਇਹ ਅਕਸੀਰ ਦਵਾਈ ਆ। ਇਹਦੇ ਨਾਲ ਪੱਥਰੀਆਂ ਨਿਕਲਣ ਤੋਂ ਬਾਅਦ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਦੁਬਾਰਾ ਪੱਥਰੀਆਂ ਪੈਦਾ ਨਹੀਂ ਹੁੰਦੀਆਂ। ਮੈਂ ਇਨਸ਼ਾਅੱਲਾ ਇਸ ਸਾਰੀ ਤਫਸੀਲ ਨੂੰ ਅੱਗੇ ਚੱਲ ਕੇ ਜਦੋਂ ਨੁਸਖਾ ਤਿਆਰ ਹੋ ਗਿਆ ਤੇ ਫਿਰ ਅਸੀਂ ਤੁਹਾਨੂੰ ਦੁਬਾਰਾ ਤਿਆਰਸ਼ੁਦਾ ਵੀ ਦਿਖਾਵਾਂਗੇ। ਤੇ ਜਿਹਨੇ ਸਾਡੇ ਨਾਲ ਰਾਬਤਾ ਕਰਨਾ ਹੋਵੇ ਤਾਂ ਸਾਡੇ ਨੰਬਰ ਸਕਰੀਨ ਦੇ ਉੱਤੇ ਆ ਰਹੇ ਨੇ, ਤੁਸੀਂ ਇੱਥੇ ਰਾਬਤਾ ਕਰਕੇ ਆਪਣੇ ਵਾਸਤੇ ਘਰ ਬੈਠੇ ਵੀ ਦਵਾਈ ਮੰਗਵਾ ਸਕਦੇ ਹੋ। ਇਹ ਵੇਖੋ ਜੀ, ਹੁਣ ਨਾ ਸਾਨੂੰ ਇਹ ਅੱਗ ਦੇ ਉੱਤੇ ਇਹਨਾਂ ਨੂੰ ਰੱਖਿਆਂ ਨੂੰ ਤਕਰੀਬਨ ਕੋਈ ਘੰਟਾ ਹੋ ਚੁੱਕਿਆ ਤੇ ਉਸ ਤੋਂ ਬਾਅਦ ਫਿਰ ਇਹਦੇ ਵਿੱਚ ਹੁਣ ਅੱਗ ਲੱਗ ਗਈ ਹੋਈ ਹੈ। ਤੇ ਮੈਂ ਹਿਸਾਬ ਲਾ ਰਿਹਾ ਕਿ ਹਾਲੇ ਸਾਨੂੰ ਜਿਹੜਾ ਨਾ ਇਹਨਾਂ ਦੀ ਸਫੇਦ ਸਵਾਹ ਤਿਆਰ ਕਰਨ ਵਾਸਤੇ ਕੋਈ ਘੱਟ ਤੋਂ ਘੱਟ ਵੀ 2 ਘੰਟੇ ਹੋਰ ਲੱਗਣੇ ਹਾਲੇ ਸਾਨੂੰ। ਤੇ ਇਨਸ਼ਾਅੱਲਾ ਤਾਲਾ ਜਦੋਂ ਇਹ ਸਾਰੀ ਸੜ ਜਾਏਗੀ, ਚਿੱਟੇ ਰੰਗ ਦੀ ਸਵਾਹ ਤਿਆਰ ਹੋ ਜਾਏਗੀ ਤੇ ਉਸ ਤੋਂ ਬਾਅਦ ਫਿਰ ਇਨਸ਼ਾਅੱਲਾ ਤੁਹਾਨੂੰ ਫਿਰ ਅਗਲੇ ਮਰਹਲੇ ਨੂੰ ਵੀ ਦਿਖਾਵਾਂਗੇ। ਤੇ ਇਹ ਦੇਖੋ ਅਸੀਂ ਜਿੱਦਾਂ ਜਿੱਦਾਂ ਉਹ ਸੜਦੇ ਜਾਂਦੇ ਆ ਉਦਾਂ ਦਾ ਅਸੀਂ ਉਹਦੇ ਤੇ ਹੋਰ ਰੱਖਦੇ ਜਾਂਦੇ ਆ। ਤੇ ਇਹ ਵਾ ਜੀ ਸਾਡਾ ਪ੍ਰੋਸੈਸ। ਹੁਣ ਜੀ ਸਾਨੂੰ ਅੱਗ ਲਾਈ ਹੋਈ ਨੂੰ ਤਕਰੀਬਨ 3 ਘੰਟੇ ਤੋਂ 4 ਘੰਟੇ ਹੋ ਚੁੱਕੇ ਆ ਤੇ ਇਹ ਦੇਖੋ ਕਿ ਹੁਣ ਸਹੀ ਤਰੀਕੇ ਦੇ ਨਾਲ ਅੱਗ ਜਿਹੜੀ ਹੈ ਨਾ ਹੁਣ ਲੱਗੀ ਆ ਤੇ ਹੁਣ ਇਹ ਹੈ ਕਿ ਸੜ ਜਾਏਗਾ ਇਨਸ਼ਾਅੱਲਾ ਤੇ ਉਸ ਤੋਂ ਬਾਅਦ ਫਿਰ ਸਵਾਹ ਬਣ ਜਾਏਗੀ ਸਾਰੀ। ਠੀਕ ਹੈ। ਫਿਰ ਉਸ ਤੋਂ ਬਾਅਦ ਅਗਲਾ ਮਰਹਲਾ ਜਿਹੜਾ ਇਹਦਾ ਅਸੀਂ ਤੁਹਾਨੂੰ ਦਿਖਾਵਾਂਗੇ। ਲਓ ਜੀ, ਇਹ ਹੁਣ ਸਾਡੀ ਗੁਰਦਾ ਪਿੱਤਾ ਤੇ ਮਸਾਨਾ ਦੀ ਪੱਥਰੀ ਕੱਢਣ ਵਾਲੀ ਦਵਾ ਤਿਆਰ ਹੋ ਗਈ। एड्रेस मेन बाजार मान टाउन, गली नंबर 6, 66 ढांद्रा रोड, जंग रोड, फैसलाबाद। मजीद मालूमात के लिए कॉल कीजिए 0300 7914 376। मजीद मुस्तफीद तिब्बी मालूमात के लिए हमारा YouTube चैनल फितरत चैनल सब्सक्राइब करें।